ਇੱਕ ਬਹੁਤ ਹੀ ईमानदार ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਮਿਸਿਸ ਸਰਲਾ ਜੈਨ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਮਿਸਿਸ ਕਵਿਤਾ ਗਰਗ, ਅਨਿਲ ਗਰਗ, शिव जैन, रंजना जैन, अजय जैन, मीनू जैन, मोहित गर्ग, जतिन गर्ग, आरुषि गर्ग, हिमांशु गर्ग, नेहा जैन, ईशिता जैन, अभिषेक जैन, अंशु जैन, सोनाक्षी जैन ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਨਵ ਦੁਰਗਾ ਮੰਦਿਰ ਸਰਾਭਾ ਨਗਰ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਉੱਘੇ ਭਜਨ ਗਾਇਕਾ ਲੀਜ਼ਾ ਡਾਬਰ ਵੱਲੋਂ ਆਪਣੇ ਭਜਨਾਂ ਰਾਹੀਂ ਸ਼੍ਰੀਮਤੀ ਸਰਲਾ ਦੇਵੀ ਜੈਨ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸ਼੍ਰੀਮਤੀ ਸਰਲਾ ਜੈਨ ਜੀ ਦਾ ਜਨਮ ਪਿਤਾ ਸ਼੍ਰੀ ਪੁੰਨੂ ਲਾਲ ਅਗਰਵਾਲ ਜੀ ਦੇ ਘਰ ਮਾਤਾ ਸ਼੍ਰੀਮਤੀ ਚਾਵਲੀ ਦੇਵੀ ਜੀ ਦੀ ਕੁੱਖੋਂ 15 ਦਸੰਬਰ 1941 ਨੂੰ ਸ਼ਾਹਬਾਦ ਅੰਬਾਲਾ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਘੜ, ਸਿਆਣੇ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਕ ਸਨ। ਆਪਣੀ ਐਜੂਕੇਸ਼ਨ ਪੂਰੀ ਕਰਨ ਉਪਰੰਤ ਆਪ ਜੀ ਨੇ ਆਪਣੇ ਮਾਤਾ ਜੀ ਨਾਲ ਆਪਣੇ ਘਰ ਦੇ ਕੰਮਾਂ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਆਪ ਜੀ ਦਾ ਵਿਆਹ 26 ਜੂਨ 1962 ਨੂੰ ਸ਼੍ਰੀ ਪਦਮ ਪ੍ਰਸਾਦ ਜੈਨ ਜੀ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੇ ਗੁਣਾਂ ਦੀ ਮਹਿਕ ਆਪਣੇ ਸਹੁਰੇ ਘਰ ਬਿਖੇਰਨੀ ਸ਼ੁਰੂ ਕਰ ਦਿੱਤੀ। ਆਪ ਜੀ ਹਮੇਸ਼ਾ ਹੀ ਆਪਣੇ ਪਤੀ ਦੇ ਕੰਧੇ ਨਾਲ ਕੰਧਾ ਮਿਲਾ ਕੇ ਚੱਲੇ। ਆਪ ਜੀ ਦੇ ਘਰ ਬੇਟੀ ਕਵਿਤਾ ਅਤੇ ਬੇਟੇ ਸ਼ਿਵ ਜੈਨ ਅਤੇ ਅਜੇ ਜੈਨ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੀ ਬੇਟੀ ਕਵਿਤਾ ਸ਼੍ਰੀ ਅਨਿਲ ਗਰਗ ਜੀ ਹੁਣਾਂ ਨਾਲ ਸੁਖੀ ਵਿਆਹਤਾ ਜੀਵਨ ਬਤੀਤ ਕਰ ਰਹੀ ਹੈ ਅਤੇ ਆਪ ਜੀ ਦੇ ਬੇਟੇ ਸ਼ਿਵ ਜੈਨ ਜੀ ਅਤੇ ਅਜੇ ਜੈਨ ਜੀ ਆਪਣੀ ਮਾਤਾ ਜੀ ਅਤੇ ਆਪਣੇ ਪਿਤਾ ਜੀ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਉਹਨਾਂ ਦੇ ਨਾਮ ਨੂੰ ਚਾਰ ਚੰਨ ਲਗਾ ਰਹੇ ਹਨ ਅਤੇ ਆਪੋ ਆਪਣੇ ਕਾਰੋਬਾਰ ਵਿੱਚ ਖੂਬ ਨਾਮਣਾ ਖੱਟ ਰਹੇ ਹਨ। ਸ਼੍ਰੀਮਤੀ ਸਰਲਾ ਜੈਨ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਅਤੇ ਮੇਲਾਪੜੇ ਸੁਭਾਅ ਦੇ ਮਾਲਕ ਸਨ। ਜੋ ਕੋਈ ਵੀ ਇੱਕ ਵਾਰ ਆਪ ਜੀ ਨਾਲ ਗੱਲ ਕਰ ਲੈਂਦਾ ਤਾਂ ਆਪ ਜੀ ਦਾ ਹੀ ਹੋ ਕੇ ਰਹਿ ਜਾਂਦਾ ਸੀ। ਆਪ ਜੀ ਬਹੁਤ ਹੀ ਸਰਲ ਅਤੇ ਸਾਦੇ ਸੁਭਾਅ ਵਾਲੇ ਇਨਸਾਨ ਸਨ। ਲੋੜਵੰਦਾਂ ਦੀ ਸਹਾਇਤਾ ਲਈ ਆਪ ਜੀ ਹਮੇਸ਼ਾ ਹੀ ਤਤਪਰ ਰਿਹਾ ਕਰਦੇ ਸਨ। ਆਪ ਜੀ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਸੰਘਰਸ਼ਾਂ ਦਾ ਸਾਹਮਣਾ ਕੀਤਾ, ਪਰ ਆਪ ਜੀ ਨੇ ਕਦੀ ਵੀ ਹਿੰਮਤ ਨਾ ਹਾਰੀ। ਆਪ ਜੀ ਨੇ ਆਪਣੇ ਬੱਚਿਆਂ ਨੂੰ ਵੀ ਆਪਣੇ ਹੀ ਅਪਣਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ, ਜਿਸ ਦੀ ਬਦੌਲਤ ਅੱਜ ਆਪ ਜੀ ਦੇ ਬੱਚੇ ਬਹੁਤ ਹੀ ਸੰਸਕਾਰੀ ਹਨ, ਨੇਕ ਹਨ ਅਤੇ ਸਮਾਜ ਵਿੱਚ ਸ਼ਲਾਘਾਯੋਗ ਸਥਾਨ ਰੱਖਦੇ ਹਨ। ਸਭ ਤੋਂ ਵੱਡੀ ਗੱਲ, ਆਪ ਜੀ ਦੇ ਬੱਚੇ ਆਪ ਜੀ ਦੇ ਪਾਏ ਪੂਰਨਿਆਂ ਤੇ ਚੱਲ ਕੇ ਜ਼ਿੰਦਗੀ ਬਸਰ ਕਰ ਰਹੇ ਹਨ ਅਤੇ ਸਮਾਜ ਵਿੱਚ ਨਾਮਣਾ ਖੱਟ ਰਹੇ ਹਨ। ਸ਼੍ਰੀਮਤੀ ਸਰਲਾ ਜੈਨ ਜੀ ਦੀ ਫੁਲਵਾੜੀ ਇਸ ਸਮੇਂ ਮੋਹਿਤ, ਜਤਿਨ, ਹਿਮਾਂਸ਼ੂ, ਨੇਹਾ, ਈਸ਼ਿਤਾ, ਅਭਿਸ਼ੇਕ, ਆਰੂਸ਼ੀ, ਅੰਸ਼ੂ, ਸੋਨਾਕਸ਼ੀ ਨਾਲ ਮਹਿਕ ਰਹੀ ਹੈ।
मेरे मौला करम हो मेरे माँ मेरे भगवान मेरी दुनिया कर वीरान कहाँ तुम चले गए मेरे जीवन की पहचान मेरी दुनिया कर वीरान कहाँ तुम चले गए कहाँ तुम चले मैंने भाव समर्पण का गुण आपसे सीखा है सिखलाए आपने ही जीने का सलीका है इंसान सब कुछ अपनी जिंदगी में अपने माँ बाप से सीखता है अक्सर कहते हैं लोग कि अपने माँ की तरह चलता है बाप की तरह चलता है बोलता है वैसे ही बैठता है आप दुनिया में हजारों रिश्ते बना सकते हैं ये मेरी बहन जैसी है ये मेरे भाई जैसा है माँ बाप का रिश्ता नहीं बना सकता कोई बन भी नहीं सकता निभाना ये बहुत मुश्किल है निभाया ही नहीं जा सकता और आपकी तरक्की की जो कामना आपकी खुशी की कामना जो आपके माँ बाप करते हैं दूसरा कोई नहीं करता इसलिए माँ बाप की हमेशा कद्र करनी चाहिए मैंने भाव समर्पण का गुण आपसे सीखा है सिखलाए आपने ही जीने का सलीका है
माता श्रीमती सरला देवी, धर्मपत्नी स्वर्गीय श्री पद्म प्रसाद जैन जी आज दिव्य माँ अपने पंच भौतिक शरीर को त्याग करके भगवान श्री नारायण जी की चरणों में जा चुकी हैं, जिनके पीछे इनका जो भरपूर परिवार है, श्री रंजना जैन, शिव जैन पुत्र और पुत्र वधुएं, श्री मीना जैन, अजय जैन पुत्र और पुत्र वधु, कविता गर्ग, अनिता गर्ग बेटी रामा, कालीन गर्ग जी, अभिषेक जैन, नेहा जैन, इशिता, अंशु, सोनाक्षी जैन पोता और पोतियाँ, और मोहित गर्ग, जतिन गर्ग, हिमांशु गर्ग, प्रभु अरुषि के दोहरे समस्त परिवार के समक्ष आज ये दिव्य माँ भगवान नारायण के चरण में जा चुकी हैं। प्रभु प्रेमियों, अभी आपने बहन जी के द्वारा भगवान श्री नाम का जो अमृतमयी जो शब्द है, अमृतवाणी, उस दिव्य माँ के लिए समर्पण किया है, उसका श्रवण किया है। भगवान श्री नारायण का स्मरण करते हुए बहुत कम ऐसा समय आता है और बहुत पुण्यवान ऐसे व्यक्ति होते हैं, राम राम कहे राम कहे राम कहे सुरधाम। राम का नाम स्मरण करते हुए, राम का नाम का समर्पण अरदास करते हुए जिसके लिए हम प्रार्थना कर जाते हैं, उसकी मृत्यु नहीं अपितु मोक्ष की प्राप्ति हो जाती है। पूज्य पंडित जी के द्वारा आपने गरुड़ पुराण का श्रवण किया है। इसमें लिखा है कि जो दिव्य आत्मा पुत्र पौत्र अपने पुत्रों को, अपने पौत्रों का स्पर्श करती है, उनका दर्शन करती है, मुच्यन्ते पितृकारणा, और संसार से पितृ से मुक्त हो जाते हैं। तो मैं इसको मृत्यु नहीं कहूँगा, इस माँ को एक मोक्ष कहूँगा। जाना सबने आया है सो जाएगा राजा रंग फकीर, कोई सिंहासन चढ़ी चढ़ा कोई बांधे गंदीस। एक व्यक्ति आता है, गरीब बनता है, भिखारी बन करके घूमता रहता है और एक दिन उसकी मृत्यु हो जाती है। और यहाँ भगवान कहते हैं अंते गति सोहिमति। हे गरुड़ जी, जिस दिव्य आत्मा के शरीर त्यागने के बाद उसके लिए जो जो कर्म किया जाता है, क्योंकि मरने वाला तो शरीर है, आत्मा तो अजर है, अमर है। अंते गति स्वहिमति, जैसे उस आत्मा के लिए हम कर्म करते हैं, उसी प्रकार से जीव आत्मा को शरीर प्राप्त होता है।